एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਕਰਨ ਜਾ ਰਹੇ ਹਾਂ 6th ਕਲਾਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਦਾ ਸੈਕੰਡ ਲੈਸਨ ਦੂਜਾ ਪਾਰਟ ਜਿਹਦਾ ਨਾਮ ਹੈ ਹਾਈਜੀਨ ਐਂਡ ਮੇਨਟੇਨੈਂਸ ਯਾਨੀ ਕਿ ਸਫਾਈ ਤੇ ਕਿਵੇਂ ਦਾ ਰੱਖ ਰਖਾਅ ਹੋਣਾ ਚਾਹੀਦਾ ਹੈ ਉਹਦੇ ਬੈਕ ਐਕਸਰਸਾਈਜ਼ ਕੁਐਸਚਨ ਆਨਸਰ। ਤਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਕੁਐਸਚਨ ਤੋਂ। ਇਹ ਹੈਗਾ ਵਾਈ ਇਜ਼ ਕਲੀਨਲੀਨੈਸ ਨੈਸੈਸਰੀ ਫॉर ਆਰ ਹਾਊਸ ਯਾਨੀ ਸਾਡੇ ਘਰ ਦੀ ਸਫਾਈ ਕਿਉਂ ਜ਼ਰੂਰੀ ਹੈ ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ ਇਟ ਇਜ਼ ਵੈਰੀ ਇੰਪੋਰਟੈਂਟ ਟੂ ਕਲੀਨ ਆਰ ਹਾਊਸ ਬਿਕੋਜ਼ ਵੀ ਸਪੈਂਡ ਮੈਕਸਿਮਮ ਟਾਈਮ ਆਫ ਲਾਈਫ ਐਟ ਹੋਮ। ਸਾਡੇ ਘਰ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਜੀਵਨ ਦਾ ਵੱਧ ਤੋਂ ਵੱਧ ਸਮਾਂ ਘਰ ਵਿੱਚ ਬਿਤਾਉਂਦੇ ਹਾਂ। Every human being can enjoy life by living in a neat and clean atmosphere ਤੇ ਹਰ ਮਨੁੱਖ ਸਾਫ਼ ਸੁਥਰੇ ਮਾਹੌਲ ਵਿੱਚ ਰਹਿ ਕੇ ਜੀਵਨ ਦਾ ਆਨੰਦ ਮਾਣ ਸਕਦਾ ਹੈ। ਉਹਦੇ ਲਈ ਕੀ ਕੁਝ ਕਰਨਾ ਪਏਗਾ? ਇੱਥੇ ਮੈਂ 6 ਪੁਆਇੰਟ ਲਿਖੇ ਨੇ, ਤੁਸੀਂ ਕੋਈ ਵੀ 4 ਲਿਖ ਸਕਦੇ ਹੋ। ਜਿਵੇਂ ਪਹਿਲੀ ਗੱਲ, if there is dirty water, inadequate sunlight and air in the house, then it will lead to moisture and fungus। ਜੇਕਰ ਘਰ ਵਿੱਚ ਗੰਦਾ ਪਾਣੀ ਹੈ ਤੇ ਨਾਲ ਦੀ ਨਾਲ ਧੁੱਪ ਵੀ ਨਹੀਂ ਆਉਂਦੀ, ਜ਼ਿਆਦਾ ਹਵਾ ਵੀ ਨਹੀਂ ਹੈ, ਤਾਂ ਇਹਦੇ ਕਰਕੇ ਜਿਹੜਾ ਚਿਪਚਿਪਾਪਨ ਹੈ, ਨਮੀ ਹੈ, ਉਹ ਵੱਧ ਜਾਂਦੀ ਹੈ ਐਂਡ ਦਿਸ ਕੈਨ ਕਾਜ਼ ਡਿਜ਼ੀਜ਼ਸ ਤੇ ਇਸ ਕਰਕੇ ਬਿਮਾਰੀਆਂ ਵੱਧ ਸਕਦੀਆਂ ਨੇ। Second, if the kitchen and the utensils in the kitchen are not cleaned properly, ਜੇਕਰ ਰਸੋਈ ਤੇ ਰਸੋਈ ਵਿੱਚ ਰੱਖੇ ਬਰਤਨ ਚੰਗੀ ਤਰ੍ਹਾਂ ਸਾਫ਼ ਨਾ ਕੀਤੇ ਜਾਣ then it can also lead to various diseases ਤੇ ਇਸ ਨਾਲ ਖਤਰਾ ਹੋ ਸਕਦਾ ਹੈ ਤੇ ਵੱਖ-ਵੱਖ ਬਿਮਾਰੀਆਂ ਹੋ ਸਕਦੀਆਂ ਨੇ। Stale vegetables, stale food, rotten fruits and uncovered food can cause diseases। ਜਿਹੜਾ ਬਚਿਆ ਹੋਇਆ ਖਾਣਾ ਹੁੰਦਾ ਤੇ ਪੁਰਾਣਾ ਖਾਣਾ ਹੁੰਦਾ, ਸਟੇਲ ਦਾ ਮਤਲਬ ਪੁਰਾਣਾ ਖਾਣਾ, ਵੈਜੀਟੇਬਲਸ ਯਾਨੀ ਸਬਜ਼ੀਆਂ, ਸੜੇ ਹੋਏ ਫਲ ਤੇ ਢੱਕਿਆ ਹੋਇਆ ਜੇ ਖਾਣਾ ਨਾ ਹੋਏ ਯਾਨੀ ਅਨਕਵਰਡ, ਤਾਂ ਉਹ ਵੀ ਵੱਖ-ਵੱਖ ਬਿਮਾਰੀਆਂ ਪੈਦਾ ਕਰ ਸਕਦਾ ਹੈ। ਕਿਉਂਕਿ ਬਿਕੋਜ਼ ਫਲਾਈਜ਼, ਵਰਮਸ ਐਂਡ ਕਾਕਰੋਚਸ ਪੋਇਜ਼ਨ ਦਾ ਅਨਕਵਰਡ ਫੂਡ। ਕਿਉਂਕਿ ਜਿਹੜੇ ਮੱਖੀਆਂ ਨੇ, ਕੀੜੇ ਨੇ, ਕਾਕਰੋਚ ਨੇ, ਉਹ ਖੁੱਲ੍ਹੇ ਭੋਜਨ ਨੂੰ ਜ਼ਹਿਰੀਲਾ ਕਰ ਦਿੰਦੇ ਨੇ। ਚੌਥਾ, people in the house should not spit here or there as it produces germs which spread diseases। ਜਿਹੜੇ ਘਰ ਦੇ ਵਿੱਚ ਸਦੱਸਿਆ ਨੇ, ਲੋਕ ਨੇ, ਉਹਨਾਂ ਨੂੰ ਇੱਧਰ ਉੱਧਰ ਥੁੱਕਣਾ ਨਹੀਂ ਚਾਹੀਦਾ ਕਿਉਂਕਿ ਉਹਦੇ ਕਰਕੇ ਵੀ ਜਿਹੜੀਆਂ ਬਿਮਾਰੀਆਂ ਨੇ ਉਹ ਫੈਲਦੀਆਂ ਨੇ। ਅਗਲਾ 5ਵਾਂ ਪੁਆਇੰਟ, ਇਟਸ ਇੰਪੋਰਟੈਂਟ ਟੂ ਕਲੀਨ ਦ ਗਟਰਸ, ਡਰੇਨੇਜ ਪਾਈਪਸ ਟਾਈਮ ਟੂ ਟਾਈਮ ਟੂ ਕੀਪ ਅਵੇ ਦ ਫਲਾਈਜ਼, ਮਸਕੀਟੋਜ਼ ਐਂਡ ਕਾਕਰੋਚਸ। ਜਿਹੜੀਆਂ ਮੱਖੀਆਂ ਨੇ, ਮੱਛਰ ਨੇ, ਕਾਕਰੋਚ ਨੇ, ਉਹਨਾਂ ਨੂੰ ਦੂਰ ਰੱਖਣ ਦੇ ਲਈ ਸਮੇਂ-ਸਮੇਂ ਸਿਰ ਗਟਰ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਡਰੇਨੇਜ ਦੀਆਂ ਜਿਹੜੀਆਂ ਪਾਈਪਾਂ ਹੁੰਦੀਆਂ ਨੇ ਉਹਨਾਂ ਨੂੰ ਸਾਫ਼ ਕਰਾਉਣਾ ਚਾਹੀਦਾ ਹੈ। 6ਵਾਂ, cleanliness of bathrooms is also very important so that there is no risk of falling। ਜਿਹੜੇ ਬਾਥਰੂਮ ਨੇ ਉਹਨਾਂ ਦੀ ਸਫਾਈ ਹੋਣਾ ਚੰਗੀ ਤਰ੍ਹਾਂ ਬਹੁਤ ਜ਼ਰੂਰੀ ਹੈ। ਉੱਥੇ ਖੜਾ ਪਾਣੀ ਨਹੀਂ ਹੋਣਾ ਚਾਹੀਦਾ, ਤੇਲ ਨਹੀਂ ਹੋਣਾ ਚਾਹੀਦਾ, ਸਾਬਣ ਨਹੀਂ ਪਿਆ ਹੋਣਾ ਚਾਹੀਦਾ ਤਾਂ ਜੋ ਬੰਦਾ ਡਿਗੇ ਨਾ ਉੱਥੇ ਜਾ ਕੇ। There should be no blockage in the drains because that can also lead to various diseases। ਤੇ ਇਸ ਦੇ ਨਾਲ ਨਾਲ ਜਿਹੜੀਆਂ ਨਾਲੀਆਂ ਨੇ ਉਹਨਾਂ ਵਿੱਚ ਵੀ ਰੁਕਾਵਟ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ, ਫੈਲ ਸਕਦੀਆਂ ਨੇ। ਅਖੀਰ ਵਿੱਚ ਇਹੀ ਕਿਹਾ, thus to keep our body fit it's very important to keep our surroundings and especially our house neat and clean। ਤੇ ਇਸ ਕਰਕੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਆਪਣੇ ਆਲੇ ਦੁਆਲੇ ਤੇ ਖਾਸ ਤੌਰ ਕੇ ਆਪਣੇ ਜਿਹੜਾ ਘਰ ਹੈ ਉਹਨੂੰ ਸਾਫ਼ ਸੁਥਰਾ ਰੱਖਣ ਦੀ ਲੋੜ ਹੈਗੀ ਹੈ। ਅੱਗੇ ਚੱਲਦੇ ਹਾਂ। ਸੈਕਿੰਡ ਕੁਐਸਚਨ, ਹਾਊ ਕੈਨ ਦ ਕਲੀਨਲੀਨੈਸ ਆਫ ਦ ਹਾਊਸ ਬੀ ਮੇਨਟੇਨਡ ਯਾਨੀ ਘਰ ਦੀ ਸਾਫ਼ ਸਫਾਈ ਕਿਵੇਂ ਕੀਤੀ ਜਾ ਸਕਦੀ ਹੈ। ਉਹ ਦੇਖੋ ਉਹਦਾ ਆਨਸਰ ਦਿੱਤਾ ਹੋਇਆ ਕਲੀਨਲੀਨੈਸ ਆਫ ਦ ਹਾਊਸ ਦਾ ਪੇਜ ਨੰਬਰ 7 ਤੇ।
ਇਹ ਸਾਰੇ ਪੁਆਇੰਟਸ ਹੈਗੇ ਨੇ ਜੋ ਕਿ ਆਨਸਰ 2 ਬਣਦਾ ਹੈ। ਹੁਣ ਇਹਨਾਂ ਵਿੱਚੋਂ ਤੁਸੀਂ ਕੋਈ ਵੀ 4 ਪੁਆਇੰਟ ਲਿਖ ਸਕਦੇ ਹੋ। ਇੱਥੇ ਟੋਟਲ 12 ਪੁਆਇੰਟ ਦਿੱਤੇ ਹੋਏ ਨੇ। ਮੈਂ ਤੁਹਾਨੂੰ ਇੱਕ ਇੱਕ ਕਰਕੇ ਸਮਝਾ ਦਿੰਦੀ ਹਾਂ ਵੀ ਘਰ ਨੂੰ ਸਾਫ਼ ਰੱਖਣ ਲਈ ਆਪਾਂ ਕੀ ਕੁਝ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਇਹ ਦੱਸਿਆ ਦੇयर ਸ਼ੁੱਡ ਬੀ ਪ੍ਰੋਪਰ ਅਰੇਂਜਮੈਂਟ for the outflow of dirty water to keep the house safe from moisture and fungus etc. ਕਹਿਣ ਦਾ ਭਾਵ ਇਹ ਹੈ ਵੀ ਘਰ ਨੂੰ ਨਮੀ ਤੇ ਉੱਲੀ ਆਦਿ ਤੋਂ ਸੁਰੱਖਿਅਤ ਰੱਖਣ ਦੇ ਲਈ ਗੰਦੇ ਪਾਣੀ ਦੇ ਬਾਹਰ ਜਾਣ ਦੇ ਲਈ ਪ੍ਰੋਪਰ ਜਾਂ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ। Sunlight and air should be sufficiently available in all parts of the house ਤੇ ਨਾਲ ਦੀ ਨਾਲ ਸੂਰਜ ਦੀ ਰੋਸ਼ਨੀ ਤੇ ਹਵਾ ਸਹੀ ਮਾਤਰਾ ਦੇ ਵਿੱਚ ਘਰ ਵਿੱਚ ਹੋਣੀ ਚਾਹੀਦੀ ਹੈ। ਠੀਕ ਹੈ, ਇੱਥੇ ਤੱਕ ਇੱਕ ਪੁਆਇੰਟ ਤੁਸੀਂ ਮੰਨ ਸਕਦੇ ਹੋ। देयर शुड बी लैटिस्ड विंडोज़ एंड डोर्स ताकि हवाए लैटिस का मतलब हुंदा वो जिहड़ी जाल वाले नहीं दरवाजे ते खिड़कियां हुंदे ताकि हवा जिहड़ी अंदर बाहर आ सके। दे शुड बी कैप्ट क्लोज्ड ऑलवेज ते हमेशा बंद होने चाहिए, हवा आ जा सके, मच्छर ना आन। दूजी गल इंपॉर्टेंट जिहड़ी हैगी है इत्थों लैके तुसी इत्थे तक रख सकते हो या लिख सकते हो। किचन इज़ अ वाइटल पार्ट ऑफ द हाउस भी जिहड़ा रसोई घर है वो एक अहम हिस्सा हुंदा है घर दा। ते किचन एंड द यूटेंसिल्स हर्थ गैस स्टोव यूज्ड इन द किचन शुड बी क्लीन डेली। ਤੇ ਘਰ ਦੀ ਸਫਾਈ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਰਸੋਈ ਦੇ ਵਿੱਚ ਭਾਂਡੇ ਨੇ, ਰਸੋਈ ਦੇ ਵਿੱਚ ਵਰਤੇ ਜਾਣ ਵਾਲੇ ਚੁੱਲ੍ਹੇ, ਗੈਸ ਸਟੋਵ ਨੇ, ਉਹਨਾਂ ਦੀ ਰੋਜ਼ਾਨਾ ਸਫਾਈ ਕਰਨੀ ਬਹੁਤ ਜ਼ਰੂਰੀ ਹੈਗੀ ਹੈ। ਤੀਜੇ ਪੁਆਇੰਟ ਦੇ ਵਿੱਚ ਤੁਸੀਂ ਇਹ ਲਿਖ ਸਕਦੇ ਹੋ ਵੀ ਗਾਰਬੇਜ ਟਿਨ ਸ਼ੁੱਡ ਬੀ ਕਵਰਡ ਵਿਦ ਅ ਲਿਡ ਐਂਡ ਕੈਪਟ ਆਊਟਸਾਈਡ ਦਾ ਹਾਊਸ ਵੀ ਜਿਹੜਾ ਕਚਰੇ ਦਾ ਡੱਬਾ ਹੈਗਾ ਉਹਨੂੰ ਢੱਕਣ ਲਾ ਕੇ ਬਾਹਰ ਰੱਖਣਾ ਚਾਹੀਦਾ ਰੋਜ਼ਾਨਾ ਤੇ ਉੱਥੋਂ ਚੱਕਿਆ ਜਾਣਾ ਚਾਹੀਦਾ। अगला पॉइंट आप ये लिख सकते हैं भी चिल्ड्रन शुड नॉट स्कैटर द पील्स हेयर एंड देयर वाइल ईटिंग वेजिटेबल्स एंड फ्रूट्स एक्सैक्ट्रा भी बच्चों नूं खाना खाते हुए जिहड़े छिलके ने चीज़ां दे इधर उधर नहीं सिटने चाहिए। सम चिल्ड्रन हैव द बैड हैबिट ऑफ स्पिटिंग एंड रिंसिंग ऑफ माउथ कुछ बच्चे जिहड़े हैगे ने ओह थुकदे रहिंदे ने इधर उधर, उन्हां नूं इदां नहीं करना चाहिए क्योंकि उहदे करके जिहड़े जर्म्स ने ਉਹ ਆਉਂਦੇ ਨੇ ਤੇ ਉਹ ਬਿਮਾਰੀਆਂ ਪੈਦਾ ਕਰਦੇ ਨੇ। ਸਭ ਤੋਂ ਇੰਪੋਰਟੈਂਟ ਪੁਆਇੰਟ ਫਿਰ ਆਹੀ ਆ ਗਿਆ, ਪੈਸਟੀਸਾਈਡ ਸ਼ੁੱਡ ਬੀ ਸਪਰੇਡ ਇਨ ਦ ਹੋਲ ਹਾਊਸ ਸਪੈਸ਼ਲੀ ਇਨ ਗਟਰਸ ਫਰੋਮ ਟਾਈਮ ਟੂ ਟਾਈਮ। ਜਿਹੜੇ ਆਪਣੇ ਡਰੇਨੇਜ ਦੀਆਂ ਪਾਈਪਸ ਨੇ ਉਹਦੇ ਵਿੱਚ ਛਿੜਕਾਓ ਹੋਣਾ ਚਾਹੀਦਾ ਤਾਂ ਕਿ ਜਿਹੜੇ ਮੱਛਰ ਨੇ, ਕਾਕਰੋਚ ਨੇ ਉਹ ਪਾਈਪਾਂ ਤੋਂ ਬਾਹਰ ਨਾ ਆਉਣ। फिर उस तो बाद आप ये भी लिख सकते हैं अगला पॉइंट प्रॉपर केयर शुड बी टेकन ऑफ क्लीनलीनैस ऑफ द बाथरूम, बाथरूम भी साफ होने चाहिए ने। अगला पॉइंट देयर शुड बी प्रॉपर अरेंजमेंट ऑफ आउटलेट ऑफ द ड्रेन्स ऑफ द हाउस एंड ह्यूमन वेस्ट ते नाल दी नाल जिहड़ा ह्यूमन वेस्ट है जद आपां टॉयलेट जाते हैं उहदे जिहड़े ड्रेन्स ने वो साफ होने चाहिए ने। बैड साफ होना चाहिए, ठीक है। बच्चे जिथे पढ़ते ने उन्हां दा टेबल साफ होना चाहिए। जिहड़े पशु ने उन्होंने घर दे बाहर थोड़ा दूर रखिया जाना चाहिए। देखो इत्थे लिखिया हैगा भी जिहड़े पशु हैगे ने वो जरूरी हैगा उन्होंने घर दे बाहर बंधिया जाए पहली गल, ते नाले थोड़ा जिहा दूर बंधिया जाए। फिर उस तो बाद आपां लिख सकते हैं भी जिहड़ा फर्श हैगा ये जरूरी नहीं है भी जिहड़ा फर्श हैगा उन्होंने रोज़ाना साफ करना चाहिए विद वाटर एंड फिनाइल। जे तुसी लिखना चाहते हो एक अद्धा पॉइंट भुल गए हो तो लिख सकते हो शूज़ जिहड़े हैगे ने उन्होंने साफ करके घर दे बाहर रखना चाहिए। ते नाल दी नाल प्लेस फुटमैट ऑन थ्रैशहोल्ड ऑफ द हाउसेस, यानी कि आपां जद घर दे अंदर वड़दे हां ते जूते साफ करके फिर ही सानू अंदर वड़ना चाहिए। ये सारियां गल्लां जिहड़ियां हैगियां ने ये तुसी लिख सकते हो भी आपां घर दी सफाई किवें मेनटेन कर सकते हैं। अगे चलते हैं थर्ड क्वेश्चन, which things should be borne in mind for cleanliness of the surrounding of the house। घर ਦਾ ਜਿਹੜਾ ਆਲਾ ਦੁਆਲਾ ਹੈ ਉਹਨੂੰ ਸਾਫ਼ ਰੱਖਣ ਦੇ ਲਈ ਕਿਹੜੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ। ਤੇ ਇਹਦਾ ਆਨਸਰ ਹੋ ਗਿਆ cleanliness of the surroundings is also important as much as it is important to clean the house। ਵੀ ਆਲੇ ਦੁਆਲੇ ਦੀ ਸਫਾਈ ਵੀ ਓਨੀ ਜ਼ਰੂਰੀ ਹੈ ਜਿੰਨੀ ਘਰ ਦੀ ਸਫਾਈ।
If the surroundings are not clean, then different diseases might spread. ਜੇਕਰ ਆਲਾ ਦੁਆਲਾ ਸਾਫ਼ ਨਹੀਂ ਹੈ, ਉਹਦੀ ਸਫਾਈ ਨਹੀਂ ਹੁੰਦੀ, ਤਾਂ ਵੱਖ-ਵੱਖ ਬਿਮਾਰੀਆਂ ਫੈਲ ਸਕਦੀਆਂ ਨੇ। Following steps should be taken to maintain cleanliness of surroundings. ਤੇ ਅਸੀਂ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਹੇਠ ਲਿਖੇ ਕਦਮ ਚੁੱਕ ਸਕਦੇ ਹਾਂ। ਉਹ ਕਿਹੜੇ ਨੇ? ਪਹਿਲੀ ਗੱਲ, animals and cattle should not be put very close to the house because the environment gets polluted with their dung and waste. ਪਸ਼ੂਆਂ ਨੂੰ ਘਰ ਦੇ ਬਿਲਕੁਲ ਨੇੜੇ ਨਹੀਂ ਰੱਖਣਾ ਚਾਹੀਦਾ, ਕਿਉਂਕਿ ਜਿਹੜਾ ਗੋਬਰ ਹੁੰਦਾ ਹੈ ਜਾਂ ਫਿਰ ਉਹ ਤੋਂ ਜੋ ਵੀ ਕਚਰਾ ਨਿਕਲਦਾ ਹੈ ਉਹ ਅਕਸਰ ਬਿਮਾਰੀਆਂ ਫੈਲਾ ਸਕਦਾ ਹੈ। ਦੂਜੀ ਗੱਲ, the drains outside the homes should be covered and cleaned daily. ਘਰ ਦੇ ਬਾਹਰ ਜਿਹੜੀਆਂ ਨਾਲੀਆਂ ਨੇ ਉਹਨਾਂ ਦੀ ਚੰਗੀ ਤਰ੍ਹਾਂ ਸਫਾਈ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਉਹਨੂੰ ਟੱਕੀਆਂ ਹੋਣੀਆਂ ਚਾਹੀਦੀਆਂ ਨੇ। ਤੀਜਾ, the roads of the streets should be metalled. ਜਿਹੜੀ ਸੜਕਾਂ ਨੇ ਗਲੀਆਂ ਦੀਆਂ ਉਹ ਮੈਟਲਡ ਹੋਣੀਆਂ ਚਾਹੀਦੀਆਂ ਨੇ, ਯਾਨੀ ਪੱਕੀਆਂ ਸੜਕਾਂ ਹੋਣੀਆਂ ਚਾਹੀਦੀਆਂ ਨੇ। If there are pits on the road, then they will be filled with rainwater and spread diseases. ਜੇਕਰ ਪੱਕੀਆਂ ਸੜਕਾਂ ਨਹੀਂ ਹੋਣਗੀਆਂ ਤਾਂ ਕੱਚੀਆਂ ਹੋਣਗੀਆਂ ਤੇ ਉਹਨਾਂ ਵਿੱਚ ਖੱਡੇ ਹੋਣਗੇ ਜਿਹਦੇ ਵਿੱਚ ਬਾਰਿਸ਼ ਦਾ ਪਾਣੀ ਇਕੱਠਾ ਹੋ ਕੇ ਬਿਮਾਰੀਆਂ ਫੈਲਾਏਗਾ। ਚੌਥਾ, the garbage of the house should not be thrown on the roads. ਘਰ ਦਾ ਜਿਹੜਾ ਕੂੜਾ ਹੈ ਸੜਕਾਂ 'ਤੇ ਨਹੀਂ ਸਿੱਟਣਾ ਚਾਹੀਦਾ, ਅਕਸਰ ਲੋਕ ਇਹੀ ਕਰਦੇ ਨੇ। ਸਟਰੀਟਸ ਐਂਡ ਰੋਡਸ ਸ਼ੁੱਡ ਬੀ ਕਲੀਨ, ਤੇ ਉੱਥੇ ਸਫਾਈ ਹੋਣੀ ਬਹੁਤ ਜ਼ਰੂਰੀ ਆ। ਤੇ ਪੰਜਵਾਂ ਪੁਆਇੰਟ, ਵਾਸ਼ਰੂਮ ਸ਼ੁੱਡ ਬੀ ਯੂਜ਼ ਟੂ ਐਕਸਪੈਲ ਬੋਡੀ ਵੇਸਟ। ਜੇ ਤੁਸੀਂ ਬਾਥਰੂਮ ਜਾਣਾ ਹੈ ਜਾਂ ਸਰੀਰ 'ਚੋਂ ਕੁਛ ਬਾਹਰ ਕੱਢਣਾ ਹੈ ਤਾਂ ਬਾਥਰੂਮ ਜਾਂ ਵਾਸ਼ਰੂਮ ਯੂਜ਼ ਕਰਨਾ ਚਾਹੀਦਾ, ਬਾਹਰ ਨਹੀਂ ਜਾਣਾ ਚਾਹੀਦਾ। ਅੱਗੇ ਫੋਰਥ ਕੁਐਸਚਨ ਵੱਲ ਚੱਲਦੇ ਹਾਂ। What role can be played by students in maintaining the cleanliness of the school? ਸਕੂਲ ਵਿੱਚ ਸਫਾਈ ਰੱਖਣ ਦੇ ਲਈ ਜਿਹੜੇ ਵਿਦਿਆਰਥੀ ਨੇ ਉਹ ਕੀ ਭੂਮਿਕਾ ਨਿਭਾ ਸਕਦੇ ਨੇ? ਤੇ ਇਹ ਆ ਗਿਆ ਆਨਸਰ। ਸਕੂਲ ਇਜ਼ ਅ ਟੈਂਪਲ ਆਫ ਲਰਨਿੰਗ ਵੇਅਰ ਚਿਲਡਰਨ ਸਪੈਂਡ ਅਬਾਊਟ 6 to 8 hours every day. ਸਕੂਲ ਇੱਕ ਵਿਦਿਆ ਦਾ ਮੰਦਰ ਹੈ ਜਿੱਥੇ ਬੱਚੇ ਹਰ ਰੋਜ਼ 6 ਤੋਂ 8 ਘੰਟੇ ਬਿਤਾਉਂਦੇ ਨੇ। If the environment of the school is not pure, proper study will be difficult there. ਤੇ ਜੇਕਰ ਸਕੂਲ ਦਾ ਵਾਤਾਵਰਣ ਸ਼ੁੱਧ ਨਹੀਂ ਹੋਵੇਗਾ ਤਾਂ ਉੱਥੇ ਪੜ੍ਹਾਈ ਕਰਨਾ ਮੁਸ਼ਕਿਲ ਹੋ ਜਾਏਗਾ। So it is our duty as students to keep the school clean. ਇਸ ਲਈ ਵਿਦਿਆਰਥੀ ਹੋਣ ਦੇ ਨਾਤੇ ਸਕੂਲ ਨੂੰ ਸਾਫ਼ ਰੱਖਣਾ ਸਾਡਾ ਫਰਜ਼ ਹੈ। Students can take the following steps to maintain cleanliness of the school. ਤੇ ਸਕੂਲ ਦੀ ਸਫਾਈ ਬਣਾਈ ਰੱਖਣ ਲਈ ਵਿਦਿਆਰਥੀ ਹੇਠ ਲਿਖੇ ਕਦਮ ਚੁੱਕ ਸਕਦੇ ਨੇ। ਉਹ ਕਿਹੜੇ ਨੇ? ਨੰਬਰ 1, instead of throwing waste papers here and there, children should drop them in the dustbin. ਬੱਚਿਆਂ ਨੂੰ ਕੂੜਾ ਕਚਰਾ ਇੱਧਰ ਉੱਧਰ ਸੁੱਟਣ ਦੀ ਬਜਾਏ ਡਸਟਬਿਨ ਦੇ ਵਿੱਚ ਸੁੱਟਣਾ ਚਾਹੀਦਾ। ਦੂਜਾ, students should clean the playground so that no accident takes place while playing. ਵਿਦਿਆਰਥੀਆਂ ਨੂੰ ਖੇਡ ਦੇ ਮੈਦਾਨ ਦੀ ਸਫਾਈ ਕਰਨੀ ਚਾਹੀਦੀ ਹੈ ਤਾਂ ਜੋ ਖੇਡਦੇ ਸਮੇਂ ਕੋਈ ਹਾਦਸਾ ਨਾ ਵਾਪਰ ਜੇ, ਪੱਥਰ ਨਾ ਪਿਆ ਹੋਏ, ਕਚਰਾ ਨਾ ਪਿਆ ਹੋਏ, ਛਿਲਕੇ ਨਾ ਪਏ ਹੋਣ। ਤੀਜਾ, ਬੈਂਚੇਸ, ਕਲਾਸਰੂਮਸ, ਡੋਰਸ ਐਂਡ ਵਿੰਡੋਜ਼ ਸ਼ੁੱਡ ਬੀ ਕਲੀਨ ਡੇਲੀ। ਜਿਹੜੀ ਕਲਾਸ ਹੈਗੀ ਹੈ ਉਹਦੇ ਵਿੱਚ ਜਿਹੜਾ ਟੇਬਲ ਹੈਗਾ, ਕੁਰਸੀਆਂ, ਮੇਜ਼, ਦਰਵਾਜ਼ੇ, ਖਿੜਕੀਆਂ, ਉਹਨਾਂ ਦੀ ਚੰਗੀ ਤਰ੍ਹਾਂ ਸਫਾਈ ਹੋਣੀ ਚਾਹੀਦੀ ਹੈ ਰਲ ਮਿਲ ਕੇ। ਚੌਥਾ, students should take care that the washrooms are clean daily. ਜਿਹੜੇ ਆਪਣੇ ਬਾਥਰੂਮ ਦੇ ਇਹ ਧਿਆਨ ਰੱਖਿਓ ਬੱਚਿਓ ਵੀ ਉਹ ਸਾਫ਼ ਹੋਣੇ ਚਾਹੀਦੇ ਨੇ ਤਾਂ ਜੋ ਬਿਮਾਰੀ ਨਾ ਫੈਲੇ। ਡਿਊਟੀ ਲਾਓ ਵੀ, ਕਿਸੇ ਨੂੰ ਕਹੋ ਵੀ ਉਹ ਸਾਫ਼ ਹੋਣ। ਪੰਜਵਾਂ, duty can be assigned to make sure that the water tank is also maintained and cleaned daily. ਤੇ ਇਹ ਡਿਊਟੀ ਹੋਣੀ ਚਾਹੀਦੀ ਹੈ ਹਰੇਕ ਬੱਚੇ ਦੀ ਵੀ ਉਹ ਰੋਜ਼ਾਨਾ ਜਾ ਕੇ ਚੈੱਕ ਕਰਨ ਵੀ ਜਿਹੜਾ ਪਾਣੀ ਦਾ ਟੈਂਕ ਹੈ ਉਹ ਸਾਫ਼ ਹੋਏ ਤਾਂ ਜੋ ਉਹਨਾਂ ਨੂੰ ਸ਼ੁੱਧ ਪਾਣੀ ਪੀਣ ਨੂੰ ਮਿਲੇ ਤੇ ਸਾਫ਼ ਪਾਣੀ ਮਿਲੇ। ਅੱਗੇ ਚੱਲਦੇ ਹਾਂ। ਪੰਜਵਾਂ ਸਵਾਲ, ਹਾਊ ਕੈਨ ਦ ਆਬਜੈਕਟਸ ਆਫ ਦ ਹਾਊਸ ਬੀ ਮੇਨਟੇਨਡ? ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਕਿਵੇਂ ਆਪਾਂ ਰੱਖ ਸਕਦੇ ਹਾਂ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਪੰਜਵੇਂ ਸਵਾਲ ਦਾ ਆਨਸਰ ਦਿੱਤਾ ਹੋਇਆ ਪੇਜ ਨੰਬਰ 8 ਤੇ। ਮੇਨਟੇਨੈਂਸ ਆਫ ਹਾਊਸ ਵੀ ਘਰ ਦੀ ਆਪਾਂ ਸਾਂਭ ਕਿਵੇਂ ਕਰ ਸਕਦੇ ਹਾਂ, ਚੀਜ਼ਾਂ ਨੂੰ ਕਿਵੇਂ ਸਹੀ ਰੱਖ ਸਕਦੇ ਹਾਂ।
ਤੇ ਇੱਥੇ ਆਪਾਂ ਗੱਲ ਕਰਾਂਗੇ ਇੱਥੇ ਤੋਂ, ਇੱਥੋਂ ਸ਼ੁਰੂ ਹੋਊਗਾ। All the objects of the house should be at proper places. ਘਰ ਦੀਆਂ ਸਾਰੀਆਂ ਵਸਤੂਆਂ ਸਹੀ ਥਾਵਾਂ ਤੇ ਹੋਣੀਆਂ ਚਾਹੀਦੀਆਂ ਨੇ, so that there is no difficulty in finding them, ਤਾਂ ਜੋ ਉਹਨਾਂ ਨੂੰ ਲੱਭਣ ਵਿੱਚ ਕੋਈ ਮੁਸ਼ਕਿਲ ਨਾ ਆਵੇ। Things placed at proper places also look good. ਤੇ ਜੇ ਚੀਜ਼ਾਂ ਸਹੀ ਠਿਕਾਣੇ ਤੇ ਹੋਣਗੀਆਂ ਤਾਂ ਉਹ ਚੰਗੀਆਂ ਵੀ ਲੱਗਣਗੀਆਂ। They add to the beauty on one hand, save us from many accidents on the other hand. ਇਹ ਇੱਕ ਪਾਸੇ ਸੁੰਦਰਤਾ ਵਿੱਚ ਵਾਧਾ ਕਰਦੇ ਨੇ ਜੇ ਸਹੀ ਠਿਕਾਣੇ ਤੇ ਚੀਜ਼ਾਂ ਹੋਣਗੀਆਂ, ਤੇ ਦੂਜੇ ਪਾਸੇ ਸਾਨੂੰ ਕਈ ਹਾਦਸਿਆਂ ਤੋਂ ਵੀ ਬਚਾਉਂਦੇ ਨੇ। In winter we should manage the summer clothes, and in summer the winter clothes at home according to the season. ਕਹਿਣ ਦਾ ਮਤਲਬ ਜਦ ਸਰਦੀਆਂ ਹੋਣ ਤਾਂ ਗਰਮੀਆਂ ਦੇ ਕੱਪੜੇ ਠੀਕ ਥਾਂ ਤੇ ਹੋਣੇ ਚਾਹੀਦੇ ਨੇ, ਪੈਕ ਹੋਣੇ ਚਾਹੀਦੇ ਨੇ, ਤੇ ਜਦ ਗਰਮੀਆਂ ਹੋਣ ਤਾਂ ਸਰਦੀਆਂ ਦੇ ਕੱਪੜੇ ਠੀਕ ਤਰੀਕੇ ਦੇ ਨਾਲ ਪੈਕ ਹੋ ਕੇ ਅੰਦਰ ਜਾਣੇ ਚਾਹੀਦੇ ਨੇ, ਤਾਂ ਜੋ ਖਿਲਰੇ ਨਾ ਪਏ ਹੋਣ। ਤੁਸੀਂ ਇਹ ਪਹਿਲਾ ਪੁਆਇੰਟ ਮੰਨ ਕੇ ਚੱਲ ਸਕਦੇ ਹੋ, ਇੱਥੋਂ ਵੀ ਸ਼ੁਰੂ ਕਰ ਸਕਦੇ ਹੋ, ਠੀਕ ਹੈ, ਇੱਥੋਂ ਲੈ ਕੇ ਇੱਥੇ ਤੱਕ। ਦੂਜੀ ਗੱਲ ਜਿਹੜੀ ਹੋ ਗਈ, ਉਹ ਦੂਜਾ ਪੁਆਇੰਟ ਇੱਥੇ ਲਿਖ ਸਕਦੇ ਹੋ। We should sprinkle insecticide on wooden furniture, windows and doors etc. to make them safe from woodworms. ਜਿਵੇਂ ਲੱਕੜ ਨੂੰ ਕੀੜਾ ਲੱਗ ਜਾਂਦਾ ਹੈ, ਤਾਂ ਇਸ ਕਰਕੇ ਜਿਹੜੀ ਲੱਕੜ ਦੀਆਂ ਚੀਜ਼ਾਂ ਨੇ, ਖਿੜਕੀਆਂ ਨੇ, ਉਹਨਾਂ ਤੇ ਛਿੜਕਾਅ ਹੋਣਾ ਚਾਹੀਦਾ ਪੈਸਟੀਸਾਈਡ ਜਾਂ ਇਨਸੈਕਟੀਸਾਈਡ ਆਪਾਂ ਕਹਿੰਦੇ ਆ ਉਹਨੂੰ, ਕੀਟਨਾਸ਼ਕ ਦਾ, ਤਾਂ ਜੋ ਉਹਨੂੰ ਕੀੜਾ ਨਾ ਲੱਗੇ। ਅਗਲੀ ਤੀਜਾ ਪੁਆਇੰਟ, the iron articles which get rusted should be painted from time to time. ਜਿਨ੍ਹਾਂ ਲੋਹੇ ਦੀਆਂ ਵਸਤੂਆਂ ਨੂੰ ਜੰਗ ਲੱਗਣ ਦਾ ਡਰ ਹੁੰਦਾ, ਉਹਨਾਂ ਨੂੰ ਪੇਂਟ ਕਰ ਦੇਣਾ ਚਾਹੀਦਾ। The glass made things used in the house, knife, scissors, screwdrivers, needle, nail cutters, blade, insecticides made to protect wheat, medicines for the sick at home, phenyl, bottle of acid etc. should be placed separately and at safe places so that they remain out of reach of small children. ਹੁਣ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਘਰਾਂ ਵਿੱਚ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਚਾਕੂ, ਕੈਂਚੀ ਹੋ ਗਈ, ਜਾਂ ਫਿਰ ਕੋਈ ਗਲਾਸ ਦੀ ਬਣੀ ਹੋਈ ਚੀਜ਼ ਹੋ ਗਈ, ਨੇਲ ਕਟਰ ਹੋ ਗਿਆ, ਜਾਂ ਕੋਈ ਸੂਈ ਹੋ ਗਈ, ਬਲੇਡ ਹੋ ਗਿਆ, ਕੱਟਣ ਦੀਆਂ ਚੀਜ਼ਾਂ ਹੋ ਗਈਆਂ, ਫਿਨੈਲ ਦੀ ਬੋਟਲ ਹੋ ਗਈ, ਐਸਿਡ ਦੀ ਬੋਟਲ ਹੋ ਗਈ, ਇਹਨਾਂ ਨੂੰ ਵੱਖ-ਵੱਖ ਥਾਵਾਂ ਤੇ ਰੱਖਣਾ ਚਾਹੀਦਾ ਤਾਂ ਜੋ ਲੱਭਣ ਵਿੱਚ ਆਸਾਨੀ ਹੋਏ ਤੇ ਬੱਚਿਆਂ ਦੇ ਹੱਥ ਵੀ ਨਾ ਆਣ। ਤੇ ਇਹ ਹੋ ਗਏ ਸਾਡੇ ਜੀ 4 ਪੁਆਇੰਟ ਪੂਰੇ, ਤੁਸੀਂ ਇਹ 4 ਪੁਆਇੰਟ ਲਿਖ ਸਕਦੇ ਹੋ। ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਜਿਹੜਾ ਹੈਗਾ ਉਹ ਹੈ ਆਖਰੀ ਕੁਐਸਚਨ 6th, which things should the children keep in their mind to maintain the objects of the school? ਵੀ ਬੱਚਿਆਂ ਨੂੰ ਜਿਵੇਂ ਆਪਾਂ ਘਰ ਦੀ ਸਾਂਭ ਕਰਦੇ ਹਾਂ, ਉਵੇਂ ਹੀ ਸਕੂਲ ਦੇ ਵਿੱਚ ਸਾਂਭ ਸੰਭਾਈ ਕਰਦੇ ਹੋਏ ਕਿਵੇਂ ਗੱਲਾਂ ਨੂੰ ਜਾਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਵੀ ਕਿਹੜੀ ਚੀਜ਼ ਕਿੱਥੇ ਹੋਏ। ਚਲੋ ਇਹਦਾ ਆਨਸਰ ਵੀ ਦੇਖ ਲੈਂਦੇ ਹਾਂ। ਇਹਦਾ ਆਨਸਰ ਹੈਗਾ ਏ, ਮੇਨਟੇਨੈਂਸ ਆਫ ਦ ਸਕੂਲ, ਇੱਥੋਂ ਲੈ ਕੇ ਇੱਥੇ ਤੱਕ। ਹੁਣ ਇਹਦੇ ਵਿੱਚ ਬੱਚਿਆਂ ਨੂੰ ਕੀ ਕੀ ਧਿਆਨ ਰੱਖਣਾ ਚਾਹੀਦਾ ਸਕੂਲ ਦੇ ਵਿੱਚ ਮੇਨਟੇਨੈਂਸ ਕਰਨ ਦੇ ਵਿੱਚ? ਐਵਰੀ ਚਾਈਲਡ ਸ਼ੁੱਡ ਟੇਕ ਕੇਅਰ ਆਫ ਦ ਸਕੂਲ ਐਂਡ ਇਟਸ ਆਬਜੈਕਟਸ। ਵੀ ਹਰੇਕ ਬੱਚੇ ਨੂੰ ਸਕੂਲ ਤੇ ਉਹਦੀਆਂ ਜਿਹੜੀਆਂ ਵਸਤੂਆਂ ਨੇ, ਚੀਜ਼ਾਂ ਨੇ, ਉਹਦੀ ਸਾਂਭ ਸੰਭਾਈ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ, ਮਦਦ ਕਰਨੀ ਚਾਹੀਦੀ ਹੈ। ਪਹਿਲਾ ਪੁਆਇੰਟ, ਚਿਲਡਰਨ ਸ਼ੁੱਡ ਨਾਟ ਸਪੋਇਲ ਦ ਵਾਲਸ ਬਾਈ ਡਰਾਇੰਗ ਲਾਈਨਸ ਔਨ ਦੈਮ। ਅਕਸਰ ਮੈਂ ਦੇਖਿਆ ਵੀ ਬੱਚੇ ਜਿਹੜੇ ਹੈਗੇ ਨੇ ਕੰਧਾਂ ਤੇ ਰੰਗ ਬਿਰੰਗੀਆਂ ਚੀਜ਼ਾਂ ਬਣਾ ਦਿੰਦੇ ਨੇ, ਹੈ ਨਾ, ਰੇਖਾਵਾਂ ਖਿੱਚ ਦਿੰਦੇ ਨੇ, ਉਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਦੂਜਾ ਪੁਆਇੰਟ ਇਹ ਹੋ ਗਿਆ, ਫਰਨੀਚਰ ਆਫ ਦ ਸਕੂਲਸ ਸ਼ੁੱਡ ਨਾਟ ਬੀ ਡੈਮੇਜ। ਸਕੂਲ ਦੇ ਜਿਹੜਾ ਫਰਨੀਚਰ ਨੇ, ਬੈਂਚ, ਕਿਤਾਬਾਂ ਤਾਂ ਨਹੀਂ ਆਉਣਗੀਆਂ, ਪਰ ਬੈਂਚ, ਟੇਬਲ ਹੋ ਗਏ, ਇਹਨਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ। ਦੇ ਸ਼ੁੱਡ ਨਾਟ ਡੈਮੇਜ ਦ ਫੈਨਸ, ਟਿਊਬ ਲਾਈਟ ਇਨ ਕਲਾਸਰੂਮ। ਦੇ ਸ਼ੁੱਡ ਰਾਦਰ ਪ੍ਰੋਟੈਕਟ ਦੀਜ਼ ਥਿੰਗਸ। ਤੇ ਫਰਨੀਚਰ ਤੋਂ ਇਲਾਵਾ ਪੱਖੇ ਹੋ ਗਏ, ਲਾਈਟਾਂ ਹੋ ਗਈਆਂ, ਇਹਨਾਂ ਨੂੰ ਵੀ ਖਰਾਬ ਨਹੀਂ ਕਰਨਾ ਚਾਹੀਦਾ, ਤੋੜਨਾ ਨਹੀਂ ਚਾਹੀਦਾ, ਰਾਦਰ ਹਾਲਾਂਕਿ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਵੀ ਠੀਕ ਰਹਿਣ। ਦੇ ਸ਼ੁੱਡ ਸਵਿਚ ਆਫ ਦ ਇਲੈਕਟ੍ਰਿਕ ਬਟਨਸ। ਜੇ ਲਾਈਟ ਨਹੀਂ ਲੋੜ, ਉਹਦੀ ਪੱਖੇ ਦੀ ਨਹੀਂ ਲੋੜ, ਤਾਂ ਬਿਜਲੀ ਨਹੀਂ ਵੇਸਟ ਕਰਨੀ ਚਾਹੀਦੀ, ਬੰਦ ਕਰ ਦੇਣਾ ਚਾਹੀਦਾ ਹੈ।
ਦੇ ਸ਼ੁੱਡ ਟਰਨ ਆਫ ਦ ਟੈਪਸ ਆਫਟਰ ਡਰਿੰਕਿੰਗ ਵਾਟਰ, ਤੇ ਜਿਹੜੇ ਨਲ ਹੈਗੇ ਨੇ, ਨਲਕੇ ਹੈਗੇ ਨੇ, ਪਾਣੀ ਪੀਣ ਤੋਂ ਬਾਅਦ, ਵਰਤਣ ਤੋਂ ਬਾਅਦ ਬੰਦ ਕਰ ਦੇਣਾ ਚਾਹੀਦਾ ਉਹਨਾਂ ਨੂੰ। ਦੇ ਸ਼ੁੱਡ ਨਾਟ ਪਲੱਕ ਦ ਫਲਾਵਰਸ ਆਫ ਦੇਅਰ ਗਾਰਡਨ ਆਫ ਦ ਸਕੂਲ, ਤੇ ਸਕੂਲ ਦੇ ਵਿੱਚ ਜਿਹੜਾ ਬਗੀਚਾ ਉੱਥੇ ਫੁੱਲ ਨਹੀਂ ਪੱਟਣੇ ਚਾਹੀਦੇ, ਦੇਖਭਾਲ ਕਰਨੀ ਚਾਹੀਦੀ ਆ। ਦੇਖੋ, ਦੇ ਸ਼ੁੱਡ ਪ੍ਰੋਟੈਕਟ ਥੀਸ ਪਲਾਂਟਸ ਐਂਡ ਫਲਾਵਰਸ ਐਂਡ ਬਿਊਟੀਫਾਈ ਦ ਸਕੂਲ, ਕਿਉਂਕਿ ਉਹ ਸਕੂਲ ਨੂੰ ਹੋਰ ਸੋਹਣਾ ਬਣਾਉਂਦੇ ਨੇ। ਸਭ ਤੋਂ ਇੰਪੋਰਟੈਂਟ ਪੁਆਇੰਟ, ਬੁੱਕਸ ਇਨ ਦ ਸਕੂਲ ਲਾਇਬ੍ਰੇਰੀ ਸ਼ੁੱਡ ਬੀ ਪਲੇਸਡ ਪ੍ਰੋਪਰਲੀ ਇਨ ਸੈਪਰੇਟ ਬਾਕਸਿਸ ਅਕੋਰਡਿੰਗ ਟੂ ਦ ਸਬਜੈਕਟਸ। ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ ਉਹ ਸਾਰੀਆਂ ਇਕੱਠੀਆਂ ਨਹੀਂ ਰੱਖਣੀਆਂ ਚਾਹੀਦੀਆਂ, ਜਿੱਥੇ ਜਿਹਦਾ ਠਿਕਾਣਾ ਹੈਗਾ ਉੱਥੇ ਰੱਖਣਾ ਚਾਹੀਦਾ ਸਬਜੈਕਟ ਵਾਈਜ਼। ਤੇ ਉਹਦੇ ਵਿੱਚ ਜ਼ਰੂਰੀ ਇਹ ਹੈਗਾ ਵੀ ਸਟੂਡੈਂਟਸ ਸ਼ੁੱਡ ਨਾਟ ਟੇਅਰ ਦ ਪੇਜਸ ਫਰੋਮ ਦ ਬੁੱਕਸ, ਵੀ ਬੱਚਿਆਂ ਨੂੰ ਕਿਤਾਬਾਂ ਵਿੱਚੋਂ ਪੇਜ ਨਹੀਂ ਫਾੜਨੇ ਚਾਹੀਦੇ, ਨਿਊਜ਼ਪੇਪਰ ਵੀ ਨਹੀਂ ਫਾੜਨਾ ਚਾਹੀਦਾ, ਮੈਗਜ਼ੀਨ ਵੀ ਨਹੀਂ ਫਾੜਨੀ ਚਾਹੀਦੀ। ਦੇ ਸ਼ੁੱਡ ਓਬਜ਼ਰਵ ਸਾਇਲੈਂਸ ਵਾਈਲ ਸਿਟਿੰਗ ਇਨ ਦ ਲਾਇਬ੍ਰੇਰੀ, ਤੇ ਜੇ ਉਹ ਲਾਇਬ੍ਰੇਰੀ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਨੂੰ ਚੁੱਪ ਬੈਠਣਾ ਚਾਹੀਦਾ ਤੇ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਫਾੜਨੀਆਂ ਨਹੀਂ ਚਾਹੀਦੀਆਂ। ਤੇ ਇਹ ਹੋ ਗਿਆ ਸਾਡਾ 6ਵਾਂ ਆਨਸਰ, ਜਿਹਦੇ ਨਾਲ ਪੂਰਾ ਹੁੰਦਾ ਸਾਡਾ ਇਹ ਵਾਲਾ ਚੈਪਟਰ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਿਓ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।